ਅਸੀਂ ਜਾਣਦੇ ਹਾਂ ਕਿ ਜੇਕਰ ਦੋ ਤਿਕੋਣਾਂ ਦੀਆਂ ਸਾਰੀਆਂ ਸੰਗਤ ਭੁਜਾਵਾਂ ਸਮਾਨ ਹੋਣ, ਭਾਵ ਸੰਗਤ ਭੁਜਾਵਾਂ ਦੀ ਲੰਬਾਈ ਬਰਾਬਰ ਹੋਵੇ, ਤਾਂ ਸਾਈਡ 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 ਨਿਯਮ ਦੇ ਅਨੁਸਾਰ ਉਹ ਦੋਨੋਂ ਹੀ ਤਿਕੋਣਾਂ ਸਰਵੰਗ ਸਮ ਹੁੰਦੀਆਂ ਹਨ। ਉਹ ਦੋਨੋਂ ਹੀ ਤਿਕੋਣਾਂ ਸਰਵੰਗ ਸਮ ਹੁੰਦੀਆਂ ਹਨ। ਇਸ ਵੀਡੀਓ ਵਿੱਚ ਮੈਂ ਇਸ ਤਰ੍ਹਾਂ ਦੇ ਕੁਝ ਹੋਰ ਨਿਯਮ ਲੱਭਣ ਦੀ ਕੋਸ਼ਿਸ਼ ਕਰਾਂਗਾ ਜੋ ਸਾਡੀ ਦੋ ਤਿਕੋਣਾਂ ਦੀ ਸਰਵੰਗ ਸਮਤਾ ਪਤਾ ਲਗਾਉਣ ਵਿੱਚ ਮਦਦ ਕਰੇ। ਜਿਸ ਤਰ੍ਹਾਂ ਸਾਈਡ 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 ਨਿਯਮ ਕੰਮ ਕਰਦਾ ਹੈ, ਉਸੇ ਤਰ੍ਹਾਂ ਦੇਖਦੇ ਹਾਂ ਕਿ ਕੀ ਐਂਗਲ 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 ਨਿਯਮ ਕੰਮ ਕਰਦਾ ਹੈ ਜਾਂ ਨਹੀਂ। ਹੁਣ ਇਸ ਦੇ ਲਈ ਮੈਂ ਇੱਕ ਤਿਕੋਣ ਡਰਾ ਕਰ ਲੈਂਦਾ ਹਾਂ। ਹੁਣ ਮੈਂ ਇੱਥੇ ਇੱਕ ਤਿਕੋਣ ਡਰਾ ਕਰ ਲੈਂਦਾ ਹਾਂ ਅਤੇ ਇਸੇ ਤਰ੍ਹਾਂ ਦੀ ਮਿਲਦੀ ਜੁਲਦੀ ਇੱਕ ਹੋਰ ਤਿਕੋਣ ਡਰਾ ਕਰ ਲੈਂਦਾ ਹਾਂ। ਹੁਣ ਜੇਕਰ ਮੈਨੂੰ ਇਹ ਪਤਾ ਹੋਵੇ ਕਿ ਇਸ ਤਿਕੋਣ ਦਾ ਇਹ ਕੋਣ ਦੂਜੀ ਤਿਕੋਣ ਦੇ ਇਸ ਕੋਣ ਦੇ ਬਰਾਬਰ ਹੈ ਅਤੇ ਦੂਜਾ ਕੋਣ ਪਹਿਲੀ ਤਿਕੋਣ ਦਾ ਦੂਜਾ ਕੋਣ ਦੂਜੀ ਤਿਕੋਣ ਦੇ ਇਸ ਦੂਜੇ ਕੋਣ ਦੇ ਬਰਾਬਰ ਹੋਵੇ ਅਤੇ ਇਸ ਤਿਕੋਣ ਦਾ ਇਹ ਕੋਣ ਦੂਜੀ ਤਿਕੋਣ ਦੇ ਇਸ ਕੋਣ ਦੇ ਬਰਾਬਰ ਹੋਵੇ, ਤਾਂ ਕੀ ਮੈਂ ਕਹਿ ਸਕਦਾ ਹਾਂ ਕਿ ਇਹ ਦੋਨੋਂ ਹੀ ਤਿਕੋਣਾਂ ਸਰਵੰਗ ਸਮ ਹੋਣਗੀਆਂ? ਭਾਵ ਐਂਗਲ 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 ਨਿਯਮ ਦੇ ਅਨੁਸਾਰ ਕੀ ਮੈਂ ਦੱਸ ਸਕਦਾ ਹਾਂ ਕਿ ਦੋਨੋਂ ਹੀ ਤਿਕੋਣਾਂ ਸਰਵੰਗ ਸਮ ਹੋਣਗੀਆਂ ਜਾਂ ਨਹੀਂ? ਪਹਿਲੀ ਵਾਰ ਤਾਂ ਦੇਖਣ ਤੋਂ ਇਸੇ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਇਹ ਦੋਨੋਂ ਹੀ ਤਿਕੋਣਾਂ ਸਰਵੰਗ ਸਮ ਹੋਣ, ਪਰ ਹੁਣ ਤੁਸੀਂ ਸੋਚੋ ਇਸੇ ਮਾਪ ਦੇ ਕੋਣ ਲੈ ਕੇ ਮੈਂ ਇੱਕ ਵੱਡੀ ਜਾਂ ਛੋਟੀ ਤਿਕੋਣ ਵੀ ਡਰਾ ਕਰ ਸਕਦਾ ਹਾਂ। ਉਦਾਹਰਣ ਵਜੋਂ ਮੈਂ ਇੱਕ ਤਿਕੋਣ ਡਰਾ ਕਰ ਲੈਂਦਾ ਹਾਂ ਜਿਸ ਦੇ ਕਿ ਸੰਗਤ ਕੋਣ ਇਸ ਤਿਕੋਣ ਦੇ ਕੋਣਾਂ ਦੇ ਬਰਾਬਰ ਹੋਵੇ। ਮੈਂ ਕੁਝ ਇਸ ਤਰ੍ਹਾਂ ਦੀ ਤਿਕੋਣ ਬਣਾ ਲਈ ਹੈ। ਹੁਣ ਇਸ ਤਿਕੋਣ ਦੀ ਸ਼ੇਪ ਇਸ ਤਿਕੋਣ ਨਾਲ ਪੂਰੀ ਤਰ੍ਹਾਂ ਮਿਲਦੀ ਹੈ ਕਿਉਂਕਿ ਇਸ ਦੇ ਸਾਰੇ ਸੰਗਤ ਕੋਣ ਇਸ ਤਿਕੋਣ ਦੇ ਬਰਾਬਰ ਹਨ। ਹੁਣ ਇੱਥੇ ਇਹ ਕੋਣ ਇਸ ਤਿਕੋਣ ਦੇ ਇਸ ਕੋਣ ਦੇ ਬਰਾਬਰ ਹੈ, ਦੂਜਾ ਕੋਣ ਦੂਜੇ ਕੋਣ ਦੇ ਬਰਾਬਰ ਹੈ, ਇਸ ਕੋਣ ਦੇ ਬਰਾਬਰ ਹੈ ਅਤੇ ਤੀਜਾ ਕੋਣ ਇਸ ਤੀਜੇ ਕੋਣ ਦੇ ਬਰਾਬਰ ਹੈ। ਸੋ ਸਾਰੇ ਹੀ ਸੰਗਤ ਕੋਣ ਬਰਾਬਰ ਹਨ, ਪਰ ਦੇਖਣ ਤੋਂ ਇਹ ਸਾਫ਼ ਪਤਾ ਲੱਗਦਾ ਹੈ ਕਿ ਇਹਨਾਂ ਦਾ ਸਾਈਜ਼ ਭਾਵ ਆਕਾਰ ਸੇਮ ਨਹੀਂ ਹੈ। ਇਸ ਲਈ ਇਹ ਤਿਕੋਣਾਂ ਸਰਵੰਗ ਸਮ ਤਿਕੋਣਾਂ ਨਹੀਂ ਹਨ ਕਿਉਂਕਿ ਇਹਨਾਂ ਦੀ ਭੁਜਾਵਾਂ ਦੀ ਲੰਬਾਈ ਕਾਫੀ ਵੱਖਰੀ ਹੈ। ਇਸ ਤਿਕੋਣ ਦੀ ਇਹ ਭੁਜਾ ਇਸ ਤਿਕੋਣ ਦੀ ਇਸ ਭੁਜਾ ਨਾਲੋਂ ਕਾਫੀ ਛੋਟੀ ਹੈ। ਇਸੇ ਤਰ੍ਹਾਂ ਇਸ ਦੀ ਦੂਜੀ ਭੁਜਾ ਵੀ ਦੂਜੀ ਭੁਜਾ ਤੋਂ ਕਾਫੀ ਛੋਟੀ ਹੈ ਅਤੇ ਇਸ ਤਿਕੋਣ ਦੀ ਇਹ ਭੁਜਾ ਵੀ ਇਸ ਭੁਜਾ ਤੋਂ ਕਾਫੀ ਛੋਟੀ ਹੈ। ਭਾਵ ਇਹਨਾਂ ਤਿਕੋਣਾਂ ਦੀ ਸ਼ੇਪ ਤਾਂ ਸੇਮ ਹੈ ਪਰ ਸਾਈਜ਼ ਬਰਾਬਰ ਨਹੀਂ ਹੈ। ਇਸ ਤੋਂ ਭਾਵ ਹੈ ਕਿ ਇਹ ਤਿਕੋਣਾਂ ਸਰਵੰਗ ਸਮ ਨਹੀਂ ਹਨ। ਇਹ ਸਰਵੰਗ ਸਮ ਨਹੀਂ ਹਨ। ਸਰਵੰਗ ਸਮ ਇਹ ਤਿਕੋਣਾਂ ਸਰਵੰਗ ਸਮ ਨਹੀਂ ਹਨ। ਹੁਣ ਇੱਥੇ ਭਾਵੇਂ ਕਿ ਦੋਵਾਂ ਤਿਕੋਣਾਂ ਦੇ ਸੰਗਤ ਕੋਣ ਤਾਂ ਬਰਾਬਰ ਹਨ ਪਰ ਇਸ ਦੀਆਂ ਭੁਜਾਵਾਂ ਦਾ ਆਕਾਰ ਵੱਖਰਾ ਵੱਖਰਾ ਹੈ, ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਐਂਗਲ 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 ਨਿਯਮ ਤਿਕੋਣਾਂ ਦੀ ਸਰਵੰਗ ਸਮਤਾ ਪਤਾ ਕਰਨ ਦੇ ਵਿੱਚ ਸਾਡੀ ਮਦਦ ਨਹੀਂ ਕਰਦਾ। ਪਰ ਇਸ ਨਿਯਮ ਤੋਂ ਇਹ ਪਤਾ ਲੱਗ ਜਾਂਦਾ ਹੈ ਕਿ ਇਹ ਤਿਕੋਣਾਂ ਸਮਰੂਪ ਹਨ, ਭਾਵ ਇਹਨਾਂ ਦੀ ਸ਼ੇਪ ਇੱਕੋ ਜਿਹੀ ਹੈ। ਇਹ ਸਾਰੀਆਂ ਹੀ ਤਿਕੋਣਾਂ ਆਪਸ ਦੇ ਵਿੱਚ ਸਮਰੂਪ ਹਨ। ਹੁਣ ਇੱਥੋਂ ਸਾਨੂੰ ਇਹ ਵੀ ਪਤਾ ਲੱਗ ਗਿਆ ਕਿ ਜੋ ਤਿਕੋਣਾਂ ਸਰਵੰਗ ਸਮ ਹੁੰਦੀਆਂ ਹਨ ਉਹ ਸਮਰੂਪ ਵੀ ਹੁੰਦੀਆਂ ਹਨ। ਹੁਣ ਜੇਕਰ ਮੈਂ ਇੱਥੇ ਇਹਨਾਂ ਦੋ ਤਿਕੋਣਾਂ ਦੀ ਗੱਲ ਕਰਾਂ, ਹੁਣ ਇਸ ਦੀ ਜੇਕਰ ਇਹ ਭੁਜਾ ਅਤੇ ਇਸ ਤਿਕੋਣ ਦੀ ਇਹ ਭੁਜਾ ਦੀ ਲੰਬਾਈ ਬਰਾਬਰ ਹੋਵੇ, ਇਸ ਦੂਜੀ ਭੁਜਾ ਦੀ ਲੰਬਾਈ ਦੂਜੀ ਭੁਜਾ ਦੇ ਬਰਾਬਰ ਹੋਵੇ ਅਤੇ ਤੀਜੀ ਭੁਜਾ ਦੀ ਲੰਬਾਈ ਤੀਜੀ ਭੁਜਾ ਦੇ ਬਰਾਬਰ ਹੋਵੇ, ਤਾਂ ਹੁਣ ਇਹ ਦੋਨੋਂ ਤਿਕੋਣਾਂ ਸਰਵੰਗ ਸਮ ਵੀ ਹਨ ਅਤੇ ਸਮਰੂਪ ਵੀ ਹਨ। ਤਾਂ ਇੱਥੋਂ ਪਤਾ ਲੱਗ ਗਿਆ ਕਿ ਜੋ ਤਿਕੋਣਾਂ ਸਰਵੰਗ ਸਮ ਹੁੰਦੀਆਂ ਹਨ ਉਹ ਆਪਸ ਵਿੱਚ ਸਮਰੂਪ ਵੀ ਹੁੰਦੀਆਂ ਹਨ, ਪਰ ਇਸ ਦਾ ਉਲਟ ਸਹੀ ਨਹੀਂ ਹੈ। ਜੇਕਰ ਦੋ ਤਿਕੋਣਾਂ ਸਮਰੂਪ ਹਨ ਤਾਂ ਜ਼ਰੂਰੀ ਨਹੀਂ ਕਿ ਉਹ ਸਰਵੰਗ ਸਮ ਹੋਣ। ਜਿਵੇਂ ਇੱਥੇ ਤੁਸੀਂ ਦੋ ਤਿਕੋਣਾਂ ਦੇਖ ਰਹੇ ਹੋ, ਇਹ ਦੋਨੋਂ ਹੀ ਸਮਰੂਪ ਹਨ ਕਿਉਂਕਿ ਇਹਨਾਂ ਦੇ ਸੰਗਤ ਕੋਣ ਬਰਾਬਰ ਹਨ, ਪਰ ਇਹਨਾਂ ਦੀਆਂ ਭੁਜਾਵਾਂ ਦਾ ਆਕਾਰ ਵੱਖਰੋ ਵੱਖਰਾ ਹੈ, ਇਸ ਲਈ ਇਹ ਸਰਵੰਗ ਸਮ ਨਹੀਂ ਹਨ। ਤਾਂ ਇੱਕ ਵਾਰ ਫਿਰ ਤੋਂ ਦੁਬਾਰਾ ਰਿਪੀਟ ਕਰ ਰਿਹਾ ਹਾਂ, ਇਸ ਲਈ ਜ਼ਰੂਰੀ ਨਹੀਂ
ਕਿ ਜੋ ਤਿਕੋਣਾ ਸਮਰੂਪ ਹਨ ਉਹ ਸਰਵੰਗ ਸਮਭੀ ਹੋਣ। ਤਾਂ ਹੁਣ ਅਸੀਂ ਐਂਡ ਦੇ ਵਿੱਚ ਇੱਥੇ ਕਹਿ ਸਕਦੇ ਹਾਂ ਕਿ ਸਰਵੰਗ ਸਮਤਾ ਦੇ ਲਈ ਐਂਗਲ 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 ਨਿਯਮ ਲਾਗੂ ਨਹੀਂ ਹੁੰਦਾ। ਹੁਣ ਅੱਗੇ ਸਾਈਡ ਐਂਗਲ ਸਾਈਡ ਨਿਯਮ ਬਾਰੇ ਪਤਾ ਲਗਾਉਂਦੇ ਹਾਂ। ਇਸ ਦੇ ਲਈ ਵੀ ਇੱਕ ਤਿਕੋਣ ਡਰਾ ਕਰ ਲੈਂਦੇ ਹਾਂ। ਹੁਣ ਇੱਕ ਹੋਰ ਤਿਕੋਣ ਡਰਾ ਕਰਦੇ ਹਾਂ ਜਿਸ ਦੀਆਂ ਕਿ ਦੋ ਭੁਜਾਵਾਂ ਦੀ ਲੰਬਾਈ ਇਸ ਦੀਆਂ ਦੋ ਭੁਜਾਵਾਂ ਦੇ ਬਰਾਬਰ ਹੋਵੇ। ਇੱਥੇ ਪਹਿਲਾਂ ਅਸੀਂ ਇਸ ਭੁਜਾ ਦੀ ਲੰਬਾਈ ਦੇ ਬਰਾਬਰ ਦੀ ਇੱਕ ਭੁਜਾ ਖਿੱਚ ਲੈਂਦੇ ਹਾਂ। ਹੁਣ ਅੱਗੇ ਜੋ ਇਹਨਾਂ ਦੋਨਾਂ ਭੁਜਾਵਾਂ ਦੇ ਵਿਚਕਾਰ ਕੋਣ ਬਣਦਾ ਹੈ ਉਸ ਕੋਣ ਦੇ ਬਰਾਬਰ ਇੱਥੇ ਕੋਣ ਬਣਾ ਲੈਂਦੇ ਹਾਂ ਅਤੇ ਫਿਰ ਇਸ ਭੁਜਾ ਦੀ ਲੰਬਾਈ ਦੇ ਬਰਾਬਰ ਇੱਥੇ ਇੱਕ ਭੁਜਾ ਖਿੱਚ ਲੈਂਦੇ ਹਾਂ। ਹੁਣ ਇੱਥੇ ਅਸੀਂ ਦੂਜੀ ਤਿਕੋਣ ਲਈ ਦੋ ਭੁਜਾਵਾਂ ਖਿੱਚੀਆਂ ਜਿਨ੍ਹਾਂ ਦੀ ਕਿ ਲੰਬਾਈ ਸੰਗਤ ਕੋਣਾਂ ਦੇ ਬਰਾਬਰ ਹੈ। ਇੱਥੇ ਮੈਂ ਡਬਲ ਸਾਈਨ ਕਰ ਦਿੰਦਾ ਹਾਂ ਤਾਂ ਜੋ ਦੋਨਾਂ ਦਾ ਫਰਕ ਪਤਾ ਲੱਗ ਸਕੇ। ਹੁਣ ਇੱਥੇ ਜੋ ਮੈਂ ਦੂਜੀਆਂ ਭੁਜਾਵਾਂ ਖਿੱਚੀਆਂ ਹਨ ਉਸ ਦੇ ਵਿੱਚ ਇਸ ਭੁਜਾ ਦੀ ਲੰਬਾਈ ਇਸ ਦੇ ਬਰਾਬਰ ਹੈ ਅਤੇ ਇਸ ਭੁਜਾ ਦੇ ਬਰਾਬਰ ਅਤੇ ਇਸ ਭੁਜਾ ਦੀ ਲੰਬਾਈ ਦੇ ਬਰਾਬਰ ਮੈਂ ਇਹ ਭੁਜਾ ਖਿੱਚੀ ਹੈ ਅਤੇ ਦੋਨਾਂ ਦੇ ਵਿਚਕਾਰ ਦੇ ਕੋਣ ਬਰਾਬਰ ਹਨ। ਹੁਣ ਇੱਥੇ ਇਸ ਦੀ ਤੀਜੀ ਭੁਜਾ ਦੇ ਲਈ ਮੈਂ ਇੱਥੋਂ ਸ਼ੁਰੂ ਕਰਾਂਗਾ, ਇੱਥੋਂ ਖਿੱਚਾਂਗਾ। ਹੁਣ ਇਸ ਭੁਜਾ ਨੂੰ ਮੈਂ ਕਿਸੇ ਵੀ ਪਾਸੇ ਖਿੱਚ ਸਕਦਾ ਹਾਂ, ਮੈਂ ਇਸ ਨੂੰ ਇੱਥੇ ਵੀ ਖਿੱਚ ਸਕਦਾ ਹਾਂ। ਹੁਣ ਇਸ ਭੁਜਾ ਦੇ ਨਾਲ ਤ੍ਰਿਭੁਜ ਬਣਾਉਣ ਦੇ ਲਈ ਮੈਂ ਇਸ ਭੁਜਾ ਨੂੰ ਇਸ ਬਿੰਦੂ ਦੇ ਨਾਲ ਮਿਲਾਵਾਂਗਾ ਤਾਂ ਹੀ ਮੇਰੇ ਕੋਲ ਇੱਕ ਤ੍ਰਿਭੁਜ ਬਣੇਗੀ। ਭਾਵ ਮੈਂ ਇਸ ਭੁਜਾ ਨੂੰ ਇਸ ਪਾਸੇ ਨੂੰ ਖਿੱਚਾਂਗਾ ਤਾਂ ਜਦੋਂ ਮੈਂ ਇੱਥੇ ਨੂੰ ਖਿੱਚਾਂਗਾ ਤਾਂ ਇੱਥੇ ਮਿਲ ਕੇ ਇਹ ਇੱਕ ਤਿਕੋਣ ਬਣ ਜਾਵੇਗੀ। ਹੁਣ ਜੇਕਰ ਅਸੀਂ ਇਹਨਾਂ ਦੋਨਾਂ ਭੁਜਾਵਾਂ ਨੂੰ ਮਿਣ ਕੇ ਦੇਖਾਂਗੇ ਤਾਂ ਦੋਨਾਂ ਦੀ ਲੰਬਾਈ ਆਪਸ ਦੇ ਵਿੱਚ ਬਰਾਬਰ ਹੋਵੇਗੀ। ਤਾਂ ਇਸ ਤੋਂ ਭਾਵ ਇਹ ਹੋ ਜਾਏਗਾ ਕਿ ਤੀਜੀ ਭੁਜਾ ਵੀ ਆਪਸ ਦੇ ਵਿੱਚ ਬਰਾਬਰ ਹੋ ਜਾਵੇਗੀ, ਜਿਸ ਤੋਂ ਇਹ ਸਿੱਧ ਹੋ ਗਿਆ ਹੈ ਕਿ ਦੋਨੋਂ ਹੀ ਤਿਕੋਣਾ ਸਰਵੰਗ ਸਮ ਹਨ। ਇਸ ਤੋਂ ਭਾਵ ਇਹ ਹੋਇਆ ਕਿ SAS ਨਿਯਮ ਤੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਦੋ ਤਿਕੋਣਾ ਸਰਵੰਗ ਸਮ ਹਨ। ਇਸ ਤਰ੍ਹਾਂ SAS ਨਿਯਮ ਤਿਕੋਣਾਂ ਦੀ ਸਰਵੰਗ ਸਮਤਾ ਪਤਾ ਕਰਨ ਦੇ ਵਿੱਚ ਕੰਮ ਕਰਦਾ ਹੈ। ਹੁਣ ਮੈਂ ਇੱਕ ਹੋਰ ਕੰਬੀਨੇਸ਼ਨ ਲੈਂਦਾ ਹਾਂ, ਐਂਗਲ ਸਾਈਡ ਐਂਗਲ। ਇਸ ਲਈ ਮੈਂ ਫਿਰ ਤੋਂ ਇੱਕ ਤਿਕੋਣ ਬਣਾ ਲੈਂਦਾ ਹਾਂ। ਮੈਂ ਮੰਨ ਲੈਂਦਾ ਹਾਂ ਕਿ ਮੈਨੂੰ ਇੱਥੇ ਇਹ ਕੋਣ, ਇਸ ਭੁਜਾ ਅਤੇ ਇਸ ਕੋਣ ਦਾ ਮਾਪ ਪਤਾ ਹੈ। ਹੁਣ ਅੱਗੇ ਮੈਂ ਇਹ ਪਤਾ ਕਰਨਾ ਹੈ ਕਿ ਕੀ ਇਸ ਇਨਫੋਰਮੇਸ਼ਨ ਦੇ ਆਧਾਰ ਤੇ ਮੈਂ ਇੱਕ ਤਿਕੋਣ ਬਣਾ ਸਕਦਾ ਹਾਂ ਜੋ ਇਸ ਤਿਕੋਣ ਦੇ ਸਮਾਨ ਹੋਵੇ, ਭਾਵ ਸ਼ੇਪ ਅਤੇ ਸਾਈਜ਼ ਦੇ ਵਿੱਚ ਸੇਮ ਹੋਵੇ। ਪਹਿਲਾਂ ਮੈਂ ਇੱਥੇ ਇਸ ਭੁਜਾ ਦੇ ਮਾਪ ਦੀ ਇੱਕ ਭੁਜਾ ਬਣਾ ਲੈਂਦਾ ਹਾਂ। ਇੱਥੇ ਮੈਂ ਇਸ ਭੁਜਾ ਦੇ ਮਾਪ ਦੀ ਭੁਜਾ ਬਣਾ ਲਈ ਹੈ। ਹੁਣ ਇੱਥੇ ਮੈਂ ਇਸ ਕੋਣ ਦੇ ਬਰਾਬਰ ਕੋਣ ਬਣਾ ਲੈਂਦਾ ਹਾਂ, ਇਸ ਕੋਣ ਦੇ ਬਰਾਬਰ ਕੋਣ ਬਣਾ ਲੈਂਦਾ ਹਾਂ ਅਤੇ ਇੱਥੋਂ ਇੱਕ ਰੇਖਾ ਖਿੱਚ ਦਿੰਦਾ ਹਾਂ। ਹੁਣ ਇੱਥੇ ਮੈਂ ਇੱਕ ਰੇਖਾ ਖਿੱਚ ਦਿੰਦਾ ਹਾਂ। ਇਸ ਰੇਖਾ ਨੂੰ ਮੈਂ ਅੱਗੇ ਵਧਾ ਦਿੰਦਾ ਹਾਂ ਕਿਉਂਕਿ ਮੈਨੂੰ ਇਸ ਰੇਖਾ ਦੀ ਲੰਬਾਈ ਪਤਾ ਨਹੀਂ ਹੈ, ਇਸ ਲਈ ਮੈਂ ਇਸ ਨੂੰ ਅੱਗੇ ਵਧਾ ਦਿੰਦਾ ਹਾਂ। ਹੁਣ ਅੱਗੇ ਮੈਨੂੰ ਇਸ ਕੋਣ ਦਾ ਮਾਪ ਵੀ ਪਤਾ ਹੈ ਤਾਂ ਇੱਥੇ ਮੈਂ ਇਸ ਕੋਣ ਦੇ ਮਾਪ ਦੇ ਬਰਾਬਰ ਕੋਣ ਬਣਾ ਲੈਂਦਾ ਹਾਂ ਅਤੇ ਇਸ ਰੇਖਾ ਨੂੰ ਖਿੱਚ ਦਿੰਦਾ ਹਾਂ। ਹੁਣ ਅੱਗੇ ਮੈਂ ਇੱਥੇ ਤੋਂ ਇੱਕ ਰੇਖਾ ਖਿੱਚਦਾ ਹਾਂ ਜੋ ਕਿ ਦੂਜੀ ਰੇਖਾ ਨੂੰ ਕੱਟ ਕੇ ਲੰਘ ਜਾਂਦੀ ਹੈ। ਹੁਣ ਇਹ ਦੋਨੋਂ ਹੀ ਰੇਖਾਵਾਂ ਇੱਕ ਬਿੰਦੂ ਤੇ ਆ ਕੇ ਮਿਲ ਜਾਂਦੀਆਂ ਹਨ। ਹੁਣ ਇੱਥੇ ਕੇਵਲ ਇੱਕ ਹੀ ਤ੍ਰਿਭੁਜ ਬਣਦੀ ਹੈ ਜੋ ਕਿ ਇਸ ਤ੍ਰਿਭੁਜ ਵਰਗੀ ਹੀ ਹੈ। ਇੱਥੇ ਦੇਖਣ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਦੋਨੋਂ ਤ੍ਰਿਭੁਜਾਂ ਸ਼ੇਪ ਅਤੇ ਸਾਈਜ਼ ਦੇ ਵਿੱਚ ਸੇਮ ਹਨ। ਇਸ ਤਰ੍ਹਾਂ ASA ਨਿਯਮ ਦੀ ਵਰਤੋਂ ਕਰਕੇ ਅਸੀਂ ਦੱਸ ਸਕਦੇ ਹਾਂ ਕਿ ਦੋ ਤਿਕੋਣਾ ਸਰਵੰਗ ਸਮ ਹਨ। ਹੁਣ ਇੱਕ ਹੋਰ ਸੰਭਾਵਨਾ ਦੇਖਦੇ ਹਾਂ। ਮੰਨ ਲਓ AAS
ਹੁਣ ਇਸ ਦੇ ਵਿੱਚ ਸਾਨੂੰ ਦੋ ਕੋਣ ਦਿੱਤੇ ਹੋਏ ਹਨ ਅਤੇ ਇੱਕ ਭੁਜਾ ਦਿੱਤੀ ਹੋਈ ਹੈ। ਹੁਣ ਪਹਿਲਾਂ ਅਸੀਂ ਇੱਥੇ ਇੱਕ ਤਿਕੋਣ ਬਣਾ ਲੈਂਦੇ ਹਾਂ। ਕੁਝ ਇਸ ਤਰ੍ਹਾਂ ਦੀ ਤਿਕੋਣ ਬਣਾ ਲੈਂਦੇ ਹਾਂ, ਜਿਸ ਦੇ ਵਿੱਚ ਕਿ ਸਾਨੂੰ ਦੋ ਕੋਣਾਂ ਦਾ ਮਾਪ ਪਤਾ ਹੈ। ਇਸ ਕੋਣ ਦਾ ਮਾਪ ਪਤਾ ਹੈ ਅਤੇ ਇਸ ਕੋਣ ਦਾ ਮਾਪ ਪਤਾ ਹੈ ਅਤੇ ਇਸ ਭੁਜਾ ਦੀ ਲੰਬਾਈ ਪਤਾ ਹੈ। ਹੁਣ ਇਸ ਜਾਣਕਾਰੀ ਦੇ ਆਧਾਰ ਤੇ ਦੇਖਦੇ ਹਾਂ ਕਿ ਕੀ ਅਸੀਂ ਇੱਕ ਤ੍ਰਿਭੁਜ ਬਣਾ ਸਕਦੇ ਹਾਂ ਜੋ ਪੂਰੀ ਤਰ੍ਹਾਂ ਇਸ ਤ੍ਰਿਭੁਜ ਵਰਗੀ ਹੋਵੇ, ਭਾਵ ਉਸ ਦੀ ਸ਼ੇਪ ਅਤੇ ਸਾਈਜ਼ ਇਸ ਤ੍ਰਿਭੁਜ ਦੇ ਬਰਾਬਰ ਹੋਵੇ। ਹੁਣ ਇੱਥੇ ਮੈਂ ਪਹਿਲਾਂ ਇਸ ਭੁਜਾ ਦੇ ਮਾਪ ਦੇ ਬਰਾਬਰ ਇੱਕ ਭੁਜਾ ਖਿੱਚ ਲੈਂਦਾ ਹਾਂ। ਮੈਂ ਇਸ ਮਾਪ ਦੇ ਬਰਾਬਰ ਇੱਕ ਭੁਜਾ ਖਿੱਚ ਲੈਂਦਾ ਹਾਂ। ਹੁਣ ਅੱਗੇ ਮੈਨੂੰ ਇਸ ਕੋਣ ਦਾ ਮਾਪ ਪਤਾ ਹੈ, ਤਾਂ ਹੁਣ ਮੈਂ ਇਸ ਕੋਣ ਦੇ ਮਾਪ ਦੇ ਬਰਾਬਰ ਇੱਕ ਰੇਖਾ ਖਿੱਚ ਦਿੰਦਾ ਹਾਂ। ਹੁਣ ਇੱਥੇ ਮੈਂ ਇੱਕ ਰੇਖਾ ਖਿੱਚ ਦਿੰਦਾ ਹਾਂ। ਹੁਣ ਇਸ ਰੇਖਾ ਨੂੰ ਅੱਗੇ ਕਿੰਨਾ ਵੀ ਵਧਾਇਆ ਜਾ ਸਕਦਾ ਹੈ। ਹੁਣ ਅੱਗੇ ਸਾਨੂੰ ਇਸ ਕੋਣ ਦਾ ਮਾਪ ਪਤਾ ਹੈ। ਹੁਣ ਇਹ ਕੋਣ ਇੱਥੇ ਕਿਤੇ ਵੀ ਬਣ ਸਕਦਾ ਹੈ। ਹੁਣ ਜੇ ਮੈਂ ਇਸ ਨੂੰ ਪਹਿਲੇ ਇੱਥੇ ਬਣਾ ਲੈਂਦਾ ਹਾਂ, ਇੱਥੇ ਬਣਾ ਕੇ ਜਦੋਂ ਮੈਂ ਇਸ ਰੇਖਾ ਨੂੰ ਖਿੱਚਦਾ ਹਾਂ ਤਾਂ ਦੇਖਦਾ ਹਾਂ ਕਿ ਤ੍ਰਿਭੁਜ ਬਣਦੀ ਹੈ ਜਾਂ ਨਹੀਂ। ਹੁਣ ਜਦੋਂ ਮੈਂ ਇਸ ਨੂੰ ਇੱਥੋਂ ਖਿੱਚਦਾ ਹਾਂ ਤਾਂ ਮੈਂ ਦੇਖਦਾ ਹਾਂ ਕਿ ਇਸ ਬਿੰਦੂ ਨੂੰ ਟੱਚ ਨਹੀਂ ਕਰਦੀ, ਕਿਉਂਕਿ ਇਸ ਬਿੰਦੂ ਨੂੰ ਟੱਚ ਹੋਣਾ ਬੜਾ ਜ਼ਰੂਰੀ ਹੈ, ਤਾਂ ਹੀ ਇਹ ਤ੍ਰਿਭੁਜ ਪੂਰੀ ਤਰ੍ਹਾਂ ਬਣੇਗੀ। ਤਾਂ ਹੁਣ ਮੈਂ ਇਸੇ ਤਰ੍ਹਾਂ ਇਸ ਕੋਣ ਨੂੰ ਉੱਪਰ ਲੈ ਕੇ ਜਾਂਦਾ ਹਾਂ, ਉਸ ਜਗ੍ਹਾ ਤੇ ਲੈ ਕੇ ਜਾਵਾਂਗਾ ਜਿੱਥੇ ਇੱਕ ਮੈਨੂੰ ਤ੍ਰਿਭੁਜ ਪ੍ਰਾਪਤ ਹੋ ਜਾਵੇ। ਹੁਣ ਮੈਂ ਇਸ ਕੋਣ ਨੂੰ ਇੱਥੇ ਬਣਾ ਲੈਂਦਾ ਹਾਂ ਅਤੇ ਇਸ ਬਿੰਦੂ ਤੋਂ ਰੇਖਾ ਖਿੱਚਦਾ ਹਾਂ, ਤਾਂ ਇੱਥੇ ਮੇਰੇ ਕੋਲ ਇੱਕ ਯੂਨੀਕ ਟ੍ਰਾਇੰਗਲ ਬਣ ਗਈ ਹੈ, ਇੱਕ ਖਾਸ ਤਿਕੋਣ ਬਣ ਗਈ ਹੈ ਜੋ ਕਿ ਪਹਿਲੀ ਤਿਕੋਣ ਵਰਗੀ ਹੀ ਹੈ, ਭਾਵ ਕਿ ਇਸ ਦੀ ਸ਼ੇਪ ਅਤੇ ਸਾਈਜ਼ ਇਸ ਦੇ ਬਰਾਬਰ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ AAS ਨਿਯਮ ਦੀ ਵਰਤੋਂ ਕਰਕੇ ਅਸੀਂ ਦੱਸ ਸਕਦੇ ਹਾਂ ਕਿ ਦੋ ਤਿਕੋਣਾ ਸਰਵੰਗ ਸਮ ਹਨ। ਆਓ ਹੁਣ ਇੱਕ ਹੋਰ ਕੰਬੀਨੇਸ਼ਨ ਦੇਖਦੇ ਹਾਂ, SSA। ਹੁਣ ਅਸੀਂ ਦੇਖਦੇ ਹਾਂ ਕਿ ਕੀ ਇਹ ਸਰਵੰਗ ਸਮਤਾ ਦਾ ਨਿਯਮ ਹੈ ਜਾਂ ਨਹੀਂ। ਇਸ ਦੇ ਲਈ ਵੀ ਆਓ ਪਹਿਲਾਂ ਇੱਕ ਵਾਰੀ ਫਿਰ ਤੋਂ ਇੱਕ ਤਿਕੋਣ ਬਣਾ ਲੈਂਦੇ ਹਾਂ। ਹੁਣ ਇਸ ਤਿਕੋਣ ਦੀਆਂ ਸਾਨੂੰ ਦੋ ਭੁਜਾਵਾਂ ਅਤੇ ਇੱਕ ਕੋਣ ਪਤਾ ਹੈ। ਮੈਂ ਮੰਨ ਲੈਂਦਾ ਹਾਂ ਕਿ ਮੈਨੂੰ ਇਸ ਤਿਕੋਣ ਦੀ ਇਸ ਭੁਜਾ ਦਾ ਪਤਾ ਹੈ, ਇਸ ਭੁਜਾ ਦਾ ਪਤਾ ਹੈ ਅਤੇ ਇਸ ਕੋਣ ਦਾ ਮਾਪ ਪਤਾ ਹੈ। ਹੁਣ ਮੈਂ ਦੇਖਣਾ ਹੈ ਕਿ ਕੀ ਮੈਂ ਇਸ ਇਨਫੋਰਮੇਸ਼ਨ ਦੇ ਆਧਾਰ ਤੇ ਇੱਕ ਯੂਨੀਕ ਤਿਕੋਣ ਬਣਾ ਸਕਦਾ ਹਾਂ, ਇੱਕ ਖਾਸ ਤਿਕੋਣ ਬਣਾ ਸਕਦਾ ਹਾਂ ਜੋ ਕਿ ਬਿਲਕੁਲ ਹੀ ਸ਼ੇਪ ਅਤੇ ਸਾਈਜ਼ ਦੇ ਵਿੱਚ ਇਸ ਤਿਕੋਣ ਵਰਗੀ ਹੋਵੇ। ਇੱਥੇ ਡਬਲ ਨਿਸ਼ਾਨ ਲਗਾ ਲੈਂਦੇ ਹਾਂ ਤਾਂ ਕਿ ਦੋਨਾਂ ਦਾ ਫਰਕ ਪਤਾ ਲੱਗ ਜਾਵੇ। ਹੁਣ ਅੱਗੇ ਇਸੇ ਤਰ੍ਹਾਂ ਦੇ ਇੱਕ ਤ੍ਰਿਭੁਜ ਬਣਾਉਣ ਦੇ ਲਈ ਅਸੀਂ ਸਭ ਤੋਂ ਪਹਿਲਾਂ ਇਸ ਭੁਜਾ ਦਾ ਮਾਪ ਸਾਨੂੰ ਪਤਾ ਹੈ, ਅਸੀਂ ਇਸ ਭੁਜਾ ਦੇ ਮਾਪ ਦੇ ਬਰਾਬਰ ਇੱਕ ਰੇਖਾਖੰਡ ਖਿੱਚ ਲੈਂਦੇ ਹਾਂ। ਮੈਂ ਇੱਥੇ ਪਹਿਲਾਂ ਇੱਕ ਰੇਖਾਖੰਡ ਖਿੱਚ ਲੈਂਦਾ ਹਾਂ ਜਿਸ ਦਾ ਕਿ ਮਾਪ ਇਸ ਦੇ ਬਰਾਬਰ ਹੈ। ਹੁਣ ਦੂਜੀ ਭੁਜਾ ਦਾ ਸਾਨੂੰ ਮਾਪ ਪਤਾ ਹੈ, ਤਾਂ ਇੱਥੋਂ ਮੈਂ ਇਸ ਬਿੰਦੂ ਤੋਂ ਦੂਜੀ ਭੁਜਾ ਖਿੱਚ ਲਵਾਂਗਾ। ਪਰ ਹੁਣ ਇੱਥੇ ਮੈਨੂੰ ਇਸ ਕੋਣ ਦਾ ਮਾਪ ਨਹੀਂ ਪਤਾ, ਤਾਂ ਮੈਂ ਇੱਥੋਂ ਜੋ ਇਹ ਭੁਜਾ ਖਿੱਚਣੀ ਹੈ ਉਹ ਮੈਂ ਇਸ ਤਰ੍ਹਾਂ ਵੀ ਖਿੱਚ ਸਕਦਾ ਹਾਂ, ਜੇ ਚਾਹਾਂ ਤਾਂ ਮੈਂ ਇਸ ਨੂੰ ਇਸ ਤਰ੍ਹਾਂ ਵੀ ਖਿੱਚ ਸਕਦਾ ਹਾਂ, ਮੈਂ ਇਸ ਨੂੰ ਇਸ ਤਰ੍ਹਾਂ ਵੀ ਖਿੱਚ ਸਕਦਾ ਹਾਂ, ਇਸ ਨੂੰ ਮੈਂ ਕਿਸੇ ਵੀ ਤਰੀਕੇ ਨਾਲ ਖਿੱਚ ਸਕਦਾ ਹਾਂ। ਹੁਣ ਮੈਂ ਇੱਥੇ ਇਸ ਕੋਣ ਦੇ ਨਾਲੋਂ ਕੁਝ ਵੱਖਰਾ ਕੋਣ ਲੈ ਕੇ ਇਸ ਨੂੰ ਇਸ ਤਰ੍ਹਾਂ ਖਿੱਚ ਲੈਂਦਾ ਹਾਂ, ਪਰ ਇਸ ਦਾ ਜੋ ਮਾਪ ਹੈ ਉਹ ਇਸ ਦੇ ਬਰਾਬਰ ਹੀ ਰੱਖਦਾ ਹਾਂ। ਹੁਣ ਇੱਥੇ ਪਹਿਲੀ ਭੁਜਾ ਦਾ ਮਾਪ ਇਸ ਭੁਜਾ ਦੇ ਬਰਾਬਰ ਸੀ ਅਤੇ ਦੂਜੀ ਭੁਜਾ ਦਾ ਮਾਪ ਇਸ ਦੂਜੀ ਭੁਜਾ ਦੇ ਮਾਪ ਦੇ ਬਰਾਬਰ ਹੈ। ਅੱਗੇ ਸਾਡੇ ਕੋਲ ਇਸ ਕੋਣ ਦਾ ਮਾਪ ਪਤਾ ਹੈ, ਤਾਂ ਮੈਂ ਇੱਥੇ ਇਸ ਕੋਣ ਦਾ ਮਾਪ ਦਾ ਕੋਣ ਬਣਾ ਕੇ ਇੱਥੋਂ ਇੱਕ ਰੇਖਾਖੰਡ ਖਿੱਚ ਦਿੰਦਾ ਹਾਂ। ਹੁਣ ਇੱਥੋਂ ਮੈਂ ਇੱਕ ਰੇਖਾਖੰਡ ਖਿੱਚਦਾ ਹਾਂ, ਤਾਂ ਜਦੋਂ ਮੈਂ ਇੱਥੋਂ ਰੇਖਾਖੰਡ ਖਿੱਚਦਾ ਹਾਂ ਤਾਂ ਉਹ ਇਸ ਤਰ੍ਹਾਂ ਜਾ ਕੇ ਮਿਲ ਜਾਂਦੀ ਹੈ। ਤਾਂ ਹੁਣ ਇੱਥੇ ਦੇਖਣ ਤੋਂ ਹੀ ਪਤਾ ਲੱਗਦਾ ਹੈ ਕਿ ਇਹਨਾਂ ਦੋਨਾਂ ਹੀ ਤਿਕੋਣਾਂ ਦੀ ਸ਼ੇਪ ਅਲੱਗ-ਅਲੱਗ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ SSA ਨਿਯਮ ਤਿਕੋਣਾਂ ਦੇ ਸਰਵੰਗ ਸਮ ਹੋਣ ਬਾਰੇ ਨਹੀਂ ਦੱਸਦਾ। ਸਰਵੰਗ ਸਮ ਹੋਣ ਬਾਰੇ ਨਹੀਂ ਦੱਸਦਾ। ਹੁਣ ਤੁਸੀਂ ਇਸ ਵੀਡੀਓ ਵਿੱਚ ਦੇਖਿਆ
ਕਿ ਦੋ ਤਿਕੋਣਾਂ ਦੇ ਸਰਵੰਗ ਸਮ ਹੋਣ ਬਾਰੇ ਵੱਖ-ਵੱਖ ਨਿਯਮ ਹਨ। ਹੁਣ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਇਹਨਾਂ ਨਿਯਮਾਂ ਨੂੰ ਯਾਦ ਕਰੋ। ਤੁਸੀਂ ਜੋ ਇੱਥੇ ਦੇਖ ਕੇ ਸਮਝਿਆ ਹੈ ਉਸ ਦੇ ਆਧਾਰ ਤੇ ਹੀ ਤੁਸੀਂ ਆਪਣੇ ਆਪ ਹੀ ਇਹਨਾਂ ਨਿਯਮਾਂ ਨੂੰ ਸਮਝ ਜਾਵੋਗੇ।